Good morning, everyone. Welcome to your own class of Plus 2. Today we will do a new chapter from section A on saying please by A.G. Gardiner. A.G. Gardiner was one of the most delightful essayists of the 20th century. 20ਵੀਂ ਸਦੀ ਦਾ ਸਭ ਤੋਂ ਵਧੀਆ essayist ਸੀ. He wrote under the pseudonym Alpha of the Flow. ਉਹ ਉਪਨਾਮ Alpha of the Flow ਦੇ ਅਧੀਨ ਉਸਨੇ ਆਪਣੇ ਲੇਖ ਲਿਖੇ. As a journalist, ਇੱਕ ਪੱਤਰਕਾਰ ਦੇ ਤੌਰ ਤੇ he started his career on the staff of the Essex Country Chronicle and rose to be the editor of the Daily News in 1902. 1902 ਦੇ ਵਿੱਚ ਐਸੈਕਸ ਕੰਟਰੀ ਕ੍ਰੋਨਿਕਲ ਦਾ ਉਹ ਸਟਾਫ ਯਾਨੀ ਇੱਕ ਕਰਮਚਾਰੀ ਦੇ ਤੌਰ ਤੇ ਉਸਨੇ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਦ ਡੇਲੀ ਨਿਊਜ਼ ਦਾ ਐਡੀਟਰ ਬਣਿਆ। ਇਹ ਸੀ ਏ.ਜੀ. ਗਾਰਡਨਰ ਦੇ ਬਾਰੇ ਜਾਣਕਾਰੀ ਜਿਸਨੇ ਇਹ ਲੇਖ ਲਿਖਿਆ ਹੈ। ਇਹ ਬਹੁਤ ਹੀ ਉੱਘਾ ਪ੍ਰਸਿੱਧ ਐਸੇਇਸਟ ਹੈ ਜਿਸਨੇ ਕਿ ਬਹੁਤ ਸਾਰੇ ਐਸੇ ਲਿਖੇ ਹਨ ਔਰ ਸਪੈਸ਼ਲੀ ਔਨ ਮੈਨ ਐਂਡ ਮੈਨਰਸ ਚੰਗੀਆਂ ਆਦਤਾਂ ਦੇ ਬਾਰੇ ਇਸ ਦੇ ਲੇਖ ਤੁਸੀਂ ਪੜ੍ਹ ਸਕਦੇ ਹੋ। This essay tells us about the value of good manners. ਇਸ ਲੇਖ ਦੇ ਵਿੱਚ ਸਾਨੂੰ ਚੰਗੀਆਂ ਆਦਤਾਂ ਦੇ ਵੈਲਿਊ ਕੀਮਤ ਬਾਰੇ ਦੱਸਿਆ ਗਿਆ ਹੈ। Bad manners are antisocial. ਭੈੜੀਆਂ ਆਦਤਾਂ ਸਮਾਜ ਵਿਰੋਧੀ ਹਨ। But they are not a crime in the eyes of the law and therefore the law does not permit us to hit back. ਉਹ ਕਾਨੂੰਨ ਦੀ ਅੱਖਾਂ ਦੇ ਵਿੱਚ ਜਾਂ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਕ੍ਰਾਈਮ ਅਪਰਾਧ ਨਹੀਂ ਹਨ। ਇਸ ਲਈ ਕਾਨੂੰਨ ਸਾਨੂੰ ਵਾਪਸ ਹਿੱਟ ਕਰਨ ਦਾ ਮਾਰਨ ਦਾ ਪਰਮਿਸ਼ਨ ਹੁਕਮ ਨਹੀਂ ਦਿੰਦਾ। If we have been the victims of bad manners, ਜੇ ਅਸੀਂ ਭੈੜੀਆਂ ਆਦਤਾਂ ਦਾ ਸ਼ਿਕਾਰ ਹੁੰਦੇ ਹਾਂ ਤਾਂ ਕਾਨੂੰਨ ਸਾਨੂੰ ਇਸ ਚੀਜ਼ ਦਾ ਹੁਕਮ ਨਹੀਂ ਦਿੰਦਾ ਕਿ ਅਸੀਂ ਵੀ ਬਦਲੇ ਵਿੱਚ ਉਸਨੂੰ ਮਾਰੀਏ। People begin to avoid a man with bad manners. ਸੋ ਇਹਦਾ ਰਿਜ਼ਲਟ ਕੀ ਨਿਕਲਦਾ ਹੈ? ਲੋਕ ਭੈੜੀਆਂ ਆਦਤਾਂ ਵਾਲੇ ਇਨਸਾਨ ਨੂੰ ਅਵੋਇਡ ਅਣਦੇਖਿਆ ਕਰਨਾ ਸ਼ੁਰੂ ਕਰ ਦਿੰਦੇ ਹਨ। A person with good manners brings us happiness. ਚੰਗੀਆਂ ਆਦਤਾਂ ਵਾਲਾ ਵਿਅਕਤੀ ਸਾਡੇ ਲਈ ਖੁਸ਼ੀ ਲਿਆਉਂਦਾ ਹੈ। His company is indeed very pleasant. ਉਸ ਦੀ ਕੰਪਨੀ, ਉਸ ਦੀ ਸੰਗਤ ਸੱਚਮੁੱਚ ਬਹੁਤ ਖੁਸ਼ੀ ਦੇਣ ਵਾਲੀ ਹੁੰਦੀ ਹੈ। This essay deals with little but socially important incidents from daily life. ਇਹ ਲੇਖ ਛੋਟੀਆਂ ਪਰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਮਹੱਤਵਪੂਰਨ ਘਟਨਾਵਾਂ ਦਾ ਵਰਣਨ ਕਰਦਾ ਹੈ। It shows us the importance of words like please and thank you in our everyday life. ਸਾਡੀ ਰੋਜ਼ਾਨਾ ਦੀ ਜ਼ਿੰਦਗੀ ਇਹ ਪਲੀਜ਼ ਦਾ ਇੱਕ ਪ੍ਰਸ਼ਨ ਸੀ ਕਿ ਉਸਨੇ ਪਲੀਜ਼ ਸ਼ਬਦ ਨਹੀਂ ਵਰਤਿਆ। The complainant entering the lift said, stop. ਕੰਪਲੇਨੈਂਟ ਸ਼ਿਕਾਇਤਕਰਤਾ ਨੇ ਲਿਫਟ ਵਿੱਚ ਅੰਦਰ ਆਉਂਦਿਆਂ ਕਿਹਾ ਟੌਪ ਯਾਨੀ ਕਿ ਉਸਨੇ ਸਭ ਤੋਂ ਉੱਪਰ ਜਾਣਾ ਹੈ। ਦ ਲਿਫਟਮੈਨ ਡਿਮਾਂਡਿਡ ਟੌਪ ਪਲੀਜ਼ ਤੇ ਲਿਫਟਮੈਨ ਦੀ ਡਿਮਾਂਡ ਮੰਗ ਕੀ ਸੀ ਵੀ ਉਹ ਸ਼ਬਦ ਕੀ ਵਰਤੇ ਟੌਪ ਪਲੀਜ਼ ਕਹੇ। ਐਂਡ ਦਿਸ ਕੰਸੈਸ਼ਨ ਬੀਇੰਗ ਰਿਫਿਊਜ਼ਡ ਕਿਉਂਕਿ ਉਸਨੇ ਇਹ ਗੱਲ ਮੰਨਣ ਤੋਂ ਇਨਕਾਰ ਕੀਤੀ। ਹੀ ਨਾਟ ਓਨਲੀ ਡਿਕਲਾਈਨਡ ਟੂ ਕੰਪਲਾਈ ਵਿਦ ਦ ਇੰਸਟਰਕਸ਼ਨ ਉਸਨੇ ਇਸ ਗੱਲ ਨੂੰ ਮੰਨਣ ਤੋਂ ਹੀ ਸਿਰਫ ਨਾ ਨਹੀਂ ਕੀਤੀ ਬਟ ਹਰਲ ਦਾ ਪੈਸੰਜਰ ਆਊਟ ਆਫ ਦਾ ਲਿਫਟ ਤੇ ਯਾਤਰੀ ਨੂੰ ਵੀ ਲਿਫਟ ਵਿੱਚੋਂ ਧੱਕਾ ਮਾਰ ਕੇ ਬਾਹਰ ਸੁੱਟ ਦਿੱਤਾ। ਦਿਸ ਆਫ ਕੋਰਸ ਵਾਜ਼ ਕੈਰੀਇੰਗ ਅ ਕਮੈਂਟ ਔਨ ਮੈਨਰਸ ਟੂ ਫਾਰ। ਬਿਨਾਂ ਸ਼ੱਕ ਇਹ ਸ਼ਿਸ਼ਟਾਚਾਰ ਤੇ ਮੈਨਰਸ ਤੇ ਚੰਗੀਆਂ ਆਦਤਾਂ ਤੇ ਇਹ ਇੱਕ ਕਮੈਂਟ ਸੀ, ਇੱਕ ਟਿੱਪਣੀ ਸੀ। Discourtesy is not a legal offense. ਬਦਤਮੀਜ਼ੀ ਕਾਨੂੰਨੀ ਅਪਰਾਧ ਨਹੀਂ ਹੈ। Discourtesy ਅਸੀਂ ਅਸ਼ਿਸ਼ਟਾਚਾਰ ਵੀ ਕਹਿ ਸਕਦੇ ਹਾਂ। And it does not excuse assault and
ਬੈਟਰੀ ਅਤੇ ਇਹ ਹਮਲਾ ਅਤੇ ਤਾਕਤ ਦਾ ਪ੍ਰਯੋਗ ਕਰਨ ਦੀ ਆਗਿਆ ਨਹੀਂ ਦਿੰਦਾ ਹੈ। If a burglar breaks into my house, ਜੇ ਕੋਈ ਚੋਰ ਮੇਰੇ ਘਰ ਚੋਰੀ ਕਰਨ ਆਉਂਦਾ ਹੈ ਜਾਂ ਚੋਰੀ ਕਰਦਾ ਹੈ and I knock him down ਤੇ ਮੈਂ ਉਸਨੂੰ ਮਾਰਦਾ ਹਾਂ ਜਾਂ ਸੁੱਟ ਦਿੰਦਾ ਹਾਂ, the law will acquit me, ਕਾਨੂੰਨ ਮੈਨੂੰ ਛੱਡੇਗਾ, ਮੈਨੂੰ ਛੱਡ ਦੇਵੇਗਾ। and if I am physically assaulted, ਪਰ ਜੇ ਮੇਰੇ ਉੱਪਰ ਸਰੀਰਿਕ ਹਮਲਾ ਹੁੰਦਾ ਹੈ, physically assaulted ਸਰੀਰਿਕ ਹਮਲਾ, it will permit me to retaliate with reasonable violence, ਤਾਂ ਇਹ ਮੈਨੂੰ ਆਗਿਆ ਹੈ ਜਾਂ ਮੈਨੂੰ ਹੁਕਮ ਹੈ ਕਿ ਮੈਂ ਠੀਕ ਠਾਕ ਥੋੜ੍ਹੀ ਬਹੁਤ ਹਿੰਸਾ ਨਾਲ ਵਿਦਰੋਹ ਕਰ ਸਕਾਂ, ਰਿਟੈਲੀਏਟ ਬਦਲਾ ਲੈ ਸਕਾਂ। ਇਟ ਡਜ਼ ਦਿਸ, ਇਹ ਇੰਜ ਇਸ ਕਰਕੇ ਕਰਦਾ ਹੈ because the burglar and my assailant have broken quite definite commands of the law, ਕਿਉਂਕਿ ਮੇਰੇ ਤੇ ਹਮਲਾ ਕਰਨ ਵਾਲੇ ਨੇ ਅਤੇ ਚੋਰ ਨੇ ਕਾਨੂੰਨ ਦੇ ਕੁਝ ਵਿਸ਼ੇਸ਼ ਹੁਕਮਾਂ ਦਾ ਪਾਲਣ ਨਹੀਂ ਕੀਤਾ, ਹੁਕਮਾਂ ਨੂੰ ਤੋੜਿਆ ਹੈ। But no legal system could attempt to legislate against bad manners, ਪਰ ਕੋਈ ਵੀ ਸੰਵਿਧਾਨ, ਕੋਈ ਵੀ ਕਾਨੂੰਨੀ ਪ੍ਰਥਾ ਜਿਹੜੀ ਹੈ ਉਹ ਭੈੜੀਆਂ ਆਦਤਾਂ ਦੇ ਵਿਰੁੱਧ ਲੈਜਿਸਲੇਟ ਸੰਵਿਧਾਨ ਨਹੀਂ ਬਣਾ ਸਕਦੀ, ਕਾਨੂੰਨ ਨਹੀਂ ਬਣਾ ਸਕਦੀ। or could sanction the use of violence against something which it does not itself recognize as a legally punishable offence, ਅਤੇ ਨਾ ਹੀ ਇਹ ਹਿੰਸਾ ਦਾ ਪ੍ਰਯੋਗ ਕਰਨ ਦਾ ਹੁਕਮ ਦੇ ਸਕਦੀ ਹੈ ਜਿਸ ਨੂੰ ਇਹ ਆਪ ਸਜ਼ਾ ਦੇਣ ਦੇ ਕਾਬਲ ਨਹੀਂ ਸਮਝਦੀ। and whatever our sympathy with the liftman, ਤੇ ਸਾਡੀ ਭਾਵੇਂ ਲਿਫਟ ਚਾਲਕ ਦੇ ਨਾਲ ਜਿੰਨੀ ਮਰਜ਼ੀ ਹਮਦਰਦੀ ਹੋਵੇ, we must admit that, ਸਾਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ the law is reasonable, ਕਿ ਕਾਨੂੰਨ ਸਹੀ ਹੈ। it would never do if we were at liberty to box people's ears, ਅਤੇ ਇਹ ਸਾਨੂੰ ਕਦੇ ਵੀ ਇੰਜ ਨਹੀਂ ਕਰਨ ਦੇਵੇਗੀ ਕਿ ਜੇ ਮੈਨੂੰ ਆਜ਼ਾਦੀ ਹੋਵੇ ਤੇ ਮੈਂ ਲੋਕਾਂ ਦੇ ਕੰਨ ਖਿੱਚ ਸਕਾਂ, because we did not like their behavior, ਕਿਉਂਕਿ ਸਾਨੂੰ ਉਹਨਾਂ ਦਾ ਵਿਵਹਾਰ ਚੰਗਾ ਨਹੀਂ ਲੱਗਿਆ। or scowl of their faces, ਜਾਂ ਉਹਨਾਂ ਦੇ ਮੱਥੇ ਤੇ ਚਿਹਰੇ ਤੇ ਪਈਆਂ ਹੋਈਆਂ ਸਕਾਊਲਸ, ਤਿਉੜੀਆਂ ਸਾਨੂੰ ਚੰਗੀਆਂ ਨਹੀਂ ਲੱਗੀਆਂ, ਜਾਂ ਉਹਨਾਂ ਦਾ ਚਿਹਰੇ ਦਾ ਘੂਰਨਾ ਸਾਨੂੰ ਪਸੰਦ ਨਹੀਂ ਹੈ। our fists would never be idle, ਤੇ ਸਾਡੀਆਂ ਮੁੱਠੀਆਂ ਕਦੇ ਵੀ ਖਾਲੀ ਨਹੀਂ ਜਾਣਗੀਆਂ, ਫਿਸਟ ਮੁੱਠੀਆਂ। and the gutters of the city would run with blood all day, ਤੇ ਸ਼ਹਿਰ ਦੇ ਗਟਰ ਸਾਰਾ ਦਿਨ ਖੂਨ ਨਾਲ ਭਰੇ ਰਹਿਣਗੇ। ਮੀਨਸ ਕਿ ਜੇ ਅਸੀਂ ਕਿਸੇ ਤੇ ਹਮਲਾ ਕਰਦੇ ਹਾਂ, ਸਾਨੂੰ ਸਪੋਜ਼ ਕਿਸੇ ਦਾ ਗੁੱਸਾ ਚੰਗਾ ਨਹੀਂ ਲੱਗਦਾ ਜਾਂ ਕੋਈ ਸਾਨੂੰ ਘੂਰਦਾ ਹੈ, ਸਾਨੂੰ ਚੰਗਾ ਨਹੀਂ ਲੱਗਦਾ ਜਾਂ ਕਿਸੇ ਦਾ ਬਿਹੇਵੀਅਰ ਚੰਗਾ ਨਹੀਂ ਲੱਗਦਾ, ਤਾਂ ਅਸੀਂ ਹਿੰਸਾ ਨਹੀਂ ਕਰ ਸਕਦੇ, ਮਾਰ ਕੁਟਾਈ ਨਹੀਂ ਕਰ ਸਕਦੇ। ਜੇ ਇੰਜ ਕਰਨ ਲੱਗੇ ਤਾਂ ਸ਼ਹਿਰ ਦੇ ਗਟਰ ਸਾਰਾ ਦਿਨ ਖੂਨ ਦੇ ਨਾਲ ਹੀ ਭਰੇ ਰਹਿਣਗੇ। I may be as uncivil as I may please, and the law will protect me against violent retaliation. ਮੈਂ ਜਿੰਨਾ ਚਾਹਾਂ ਉਨਾ ਅਸਭ्य ਹੋ ਸਕਦਾ ਹਾਂ ਤੇ ਕਾਨੂੰਨ ਮੇਰੇ ਹਿੰਸਾਤਮਕ ਬਦਲੇ ਦੇ ਵਿਰੁੱਧ ਮੇਰੀ ਰੱਖਿਆ ਕਰੇਗਾ। violent retaliation, ਹਿੰਸਾਤਮਕ ਬਦਲਾ। I may be haughty or boorish, ਮੈਂ ਅਭਿਮਾਨੀ, ਘਮੰਡੀ ਜਾਂ ਉਦੰਡ ਹੋ ਸਕਦਾ ਹਾਂ। but there is no penalty to pay except the penalty of being written down as ill-mannered fellow, ਪਰ ਇਸ ਦੀ ਸਜ਼ਾ ਸਿਰਫ ਇੰਨੀ ਹੀ ਹੈ ਕਿ ਮੈਨੂੰ ਕਿਤਾਬਾਂ ਦੇ ਵਿੱਚ ਬਦਤਮੀਜ਼ ਦੇ ਰੂਪ ਵਿੱਚ ਲਿਖਿਆ ਜਾਵੇਗਾ। the law does not compel me to say please, ਕਾਨੂੰਨ ਮੈਨੂੰ ਪਲੀਜ਼ ਕਹਿਣ ਦੇ ਲਈ ਕੰਪੈਲ ਮਜਬੂਰ ਨਹੀਂ ਕਰ ਸਕਦਾ। or to attune my voice to other people's sensibilities, ਅਤੇ ਦੂਜੇ ਲੋਕਾਂ ਦੀ ਸੰਵੇਦਨਸ਼ੀਲਤਾ ਸੈਂਸਿਬਿਲਿਟੀਜ਼ ਦੇ ਅਕੋਰਡਿੰਗ ਮੈਨੂੰ ਆਪਣੀ ਆਵਾਜ਼ ਬਦਲਣ ਲਈ ਜਾਂ ਸੁਧਾਰਨ ਦੇ ਲਈ ਨਹੀਂ ਕਹਿ ਸਕਦਾ। on it says that I shall not wax mustache or dye my hair or wear ringlets down my back, ਅਤੇ ਨਾ ਹੀ ਮੈਨੂੰ ਇਹ ਕਹਿਣਾ ਪਵੇਗਾ ਕਿ ਮੈਂ ਆਪਣੀਆਂ ਮੁੱਛਾਂ ਨਹੀਂ ਚੜਾਵਾਂਗਾ
ਜਾਂ ਆਪਣੇ ਵਾਲ ਨਹੀਂ ਰੰਗਾਂਗਾ, ਜਾਂ ਮੈਂ ਲੰਬੇ ਕੁੰਗਰਾਲੇ ਵਾਲ ਨਹੀਂ ਵਧਾਵਾਂਗਾ। It does not recognize the laceration of our feelings as a case of compensation. ਸਾਡੀਆਂ ਭਾਵਨਾਵਾਂ ਦੀ ਠੇਸ ਨੂੰ ਇੱਕ ਮੁਆਵਜ਼ੇ ਦੇ ਰੂਪ ਵਿੱਚ ਮਾਨਤਾ ਨਹੀਂ ਦਿੰਦਾ ਹੈ। There is no allowance for moral and intellectual damages in these matters. ਇਨ੍ਹਾਂ ਮਾਮਲਿਆਂ ਦੇ ਵਿੱਚ ਨੈਤਿਕ ਅਤੇ ਬੌਧਿਕ ਤੌਰ ਤੇ ਨੁਕਸਾਨ ਦਾ ਮੁਆਵਜ਼ਾ ਨਹੀਂ ਹੈ। It is probable, ਇਹ ਸੰਭਵ ਹੈ ਕਿ that the liftman was much more acutely hurt, ਕਿ ਸ਼ਾਇਦ ਲਿਫਟਮੈਨ ਨੂੰ ਜ਼ਿਆਦਾ ਠੇਸ ਲੱਗੀ ਹੋਵੇਗੀ by what he regarded as a slur upon his social standing, ਕਿ ਉਸਨੇ ਉਸ ਗੱਲ ਨੂੰ ਆਪਣੇ ਤੇ ਇੱਕ ਸਮਾਜਿਕ ਸਥਿਤੀ ਤੇ ਇੱਕ ਅਪਮਾਨ, ਇੱਕ ਕਲੰਕ ਦੇ ਤੌਰ ਤੇ ਲਿਆ than he would have been, ਸ਼ਾਇਦ ਉਹ ਇੰਨਾ ਨਾ ਲੈਂਦਾ if he had a kick on the shin for which he could have got a legal redress. ਜੇ ਇਸ ਤੋਂ ਵੀ ਜ਼ਿਆਦਾ ਕਿ ਉਸਦੀ ਸ਼ਿਨ, ਲੱਤ ਦੀ ਹੱਡੀ ਤੇ ਜੇ ਕੋਈ ਸੱਟ ਮਾਰਦਾ ਤਾਂ ਬਦਲੇ ਵਿੱਚ ਉਸਨੂੰ ਕਾਨੂੰਨ ਵੱਲੋਂ ਵੀ ਸ਼ਾਇਦ ਸਹਾਇਤਾ ਮਿਲ ਜਾਂਦੀ, ਪਰ ਇੰਜ ਨਹੀਂ ਸੀ। The pain of a wound to our self-respect, ਸਾਡੇ ਆਤਮ ਸਨਮਾਨ ਨੂੰ ਜਿਹੜੀ ਸੱਟ ਵੱਜਦੀ ਹੈ ਉਸ ਦਾ ਦਰਦ, or our vanity may poison a whole day, ਅਤੇ ਸਾਡੇ ਕਮੰਡ ਨੂੰ, ਸਾਡੇ ਮਾਨ ਨੂੰ ਜਦੋਂ ਸੱਟ ਲੱਗਦੀ ਹੈ ਇਹ ਸਾਡਾ ਇੱਕ ਪੂਰਾ ਦਿਨ ਜ਼ਹਿਰੀਲਾ ਬਣਾ ਦਿੰਦੀ ਹੈ। ਕਿ ਜ਼ਖਮ, ਉਹ ਸੱਟ ਜਿਹੜੀ ਸਾਡੀ ਸਵੈਮਾਨ ਜਾਂ ਹੰਕਾਰ ਨੂੰ ਲੱਗਦੀ ਹੈ, ਇਹ ਸਾਡੇ ਸਾਰੇ ਦਿਨ ਨੂੰ ਜ਼ਹਿਰੀਲਾ ਬਣਾ ਦਿੰਦੀ ਹੈ। ਇਸ ਪੈਰਾਗ੍ਰਾਫ ਦੇ ਵਿੱਚ ਬੱਚੇ ਤੁਸੀਂ ਦੇਖੋਗੇ ਕਿ ਰਾਈਟਰ ਨੇ ਦੱਸਿਆ ਕਿ ਬੈਡ ਮੈਨਰਸ ਜਿਹੜੀਆਂ ਹਨ ਉਹ ਇੱਕ ਚੇਨ ਦੀ ਤਰ੍ਹਾਂ ਹਨ, ਇੱਕ ਲੜੀ ਦੀ ਤਰ੍ਹਾਂ ਹਨ ਜਿਹੜੀਆਂ ਕਿ ਫੈਲਦੀਆਂ ਹਨ। I can imagine that liftman denied the relief of throwing the author of his wound out of the lift, brooding over the insult by the hour and visiting it on his wife in the evening as the only way of restoring his equilibrium. ਮੈਂ ਲਿਫਟ ਚਾਲਕ ਬਾਰੇ ਇਹ ਕਲਪਨਾ ਕਰ ਸਕਦਾ ਹਾਂ, ਉਸਨੇ ਇਸ ਸਹਾਇਤਾ ਤੋਂ ਨਾ ਕੀਤੀ, ਇਨਕਾਰ ਕੀਤਾ, ਲਿਫਟ ਵਿੱਚੋਂ ਉਸਨੂੰ ਬਾਹਰ ਸੁੱਟ ਕੇ ਆਪਣੀ ਜ਼ਖਮ, ਆਪਣੇ ਸੱਟ ਨੂੰ ਵੀ ਬਾਹਰ ਸੁੱਟਿਆ ਅਤੇ ਉਸ ਟਾਈਮ ਦੇ ਅਪਮਾਨ ਜਾਂ ਬੇਇੱਜ਼ਤੀ ਬਾਰੇ ਸੋਚ ਕੇ ਸ਼ਾਮ ਨੂੰ ਉਸਨੇ ਇਹੀ ਗੱਲ ਆਪਣੀ ਘਰਵਾਲੀ ਦੇ ਨਾਲ ਕਰਕੇ ਆਪਣਾ ਇਕੁਲਿਬਰੀਅਮ, ਸੰਤੁਲਨ, ਰਿਸਟੋਰ, ਵਾਪਸ ਪ੍ਰਾਪਤ ਕੀਤਾ। For there are few things more catching than bad temper and bad manners, ਕਿਉਂਕਿ bad temper, ਭੈੜਾ ਸੁਭਾਅ ਅਤੇ ਭੈੜੀਆਂ ਆਦਤਾਂ ਬਹੁਤ ਛੇਤੀ ਪਕੜ ਵਿੱਚ ਆਉਂਦੀਆਂ ਹਨ। When Sir Anthony Absolute bullied Captain Absolute, ਜਦੋਂ ਸਰ ਐਂਥਨੀ ਐਬਸੋਲੂਟ ਨੇ ਕੈਪਟਨ ਨੂੰ ਝਿੜਕਿਆ ਜਾਂ ਉਹਦੇ ਤੇ ਜ਼ੁਲਮ ਕੀਤਾ, bullied ਜ਼ੁਲਮ ਕਰਨਾ, the latter went out and bullied his man Fag, ਤੇ ਫਿਰ ਕੈਪਟਨ ਬਾਹਰ ਗਿਆ ਤੇ ਉਸਨੇ ਫੈਗ ਤੇ ਜ਼ੁਲਮ ਕੀਤਾ। Whereupon Fag went downstairs and kicked the page boy, ਅਤੇ ਉਸ ਤੋਂ ਬਾਅਦ ਫੈਗ ਪੌੜੀਆਂ ਉਤਰ ਕੇ ਡਾਊਨਸਟੇਅਰਸ ਪੌੜੀਆਂ ਉਤਰ ਕੇ ਨੀਚੇ ਗਿਆ ਤਾਂ ਉਸਨੇ ਪੇਜ ਬॉय ਨੂੰ ਕਿਕ ਦੇ ਠੁੱਡਾ ਮਾਰਿਆ। Probably the man who said top, ਸੋ ਇਸੇ ਤਰ੍ਹਾਂ ਜਿਸ ਆਦਮੀ ਨੇ ਕੱਲਾ ਟੌਪ ਕਿਹਾ ਲਿਫਟਮੈਨ ਨੂੰ was really only getting back on his employer who had not said good morning to him, ਸ਼ਾਇਦ ਇਸ ਕਰਕੇ ਕਿ ਉਸਦੇ ਮਾਲਕ ਨੇ ਉਸਨੂੰ ਗੁੱਡ ਮਾਰਨਿੰਗ ਦਾ ਜਵਾਬ ਨਹੀਂ ਦਿੱਤਾ, because he himself had been henpecked at breakfast by his wife, ਸ਼ਾਇਦ ਉਹ ਮਾਲਕ ਆਪ ਬ੍ਰੇਕਫਾਸਟ ਦੇ ਟਾਈਮ ਆਪਣੀ ਘਰਵਾਲੀ We infect the world with our ill humor, ਅਸੀਂ ਆਪਣੇ ਭੈੜੇ ਮਜ਼ਾਕ ਦੇ ਨਾਲ ਸੰਸਾਰ ਨੂੰ ਦੂਸ਼ਿਤ ਕਰਦੇ ਹਾਂ। Bad manners probably do more to poison the stream of the general life than all the crimes in the calendar. ਭੈੜੀਆਂ ਆਦਤਾਂ ਸਾਡੀ ਜ਼ਿੰਦਗੀ ਰੂਪੀ ਨਦੀ ਨੂੰ ਹੋਰ ਜ਼ਿਆਦਾ ਜ਼ਹਿਰੀਲਾ ਬਣਾਉਂਦੀਆਂ ਹਨ, ਇਸ ਦੀ ਬਜਾਏ ਸਾਲ ਵਿੱਚ ਕੀਤੇ ਗਏ ਇੰਨੇ ਅਪਰਾਧ ਇਸ ਨੂੰ ਜ਼ਹਿਰੀਲਾ ਨਹੀਂ ਬਣਾਉਂਦੇ। But all the same, the law cannot become the guardian of our private manners, ਪਰ ਇਸ ਦੇ ਨਾਲ ਸਾਡੀਆਂ ਨਿੱਜੀ ਆਦਤਾਂ ਦਾ
ਕਾਨੂੰਨ ਸਾਡੀਆਂ ਨਿੱਜੀ ਆਦਤਾਂ ਦੀ ਰੱਖਿਆ ਨਹੀਂ ਕਰ ਸਕਦਾ। No decalogue could cover the vast area of offences ਅਤੇ ਕੋਈ ਵੀ ਕਠੋਰ ਕਾਨੂੰਨ ਅਪਰਾਧਾਂ ਦੇ ਵਿਸ਼ਾਲ ਖੇਤਰ ਨੂੰ ਨਹੀਂ ਢੱਕ ਸਕਦਾ। And no court could administer a law ਤੇ ਕੋਈ ਵੀ ਕਚਹਿਰੀ ਅਜਿਹਾ ਕਾਨੂੰਨ ਨਹੀਂ ਲਾਗੂ ਕਰ ਸਕਦੀ which governed our social civilities ਜਿਹੜੀਆਂ ਸਾਡੀਆਂ ਸਮਾਜਿਕ ਤਹਿਜ਼ੀਬ, ਸਾਡੇ ਸਪੀਚ, ਬੋਲੀ, the tilt of our eyebrows, ਸਾਡੇ ਆਈਬਰੋਜ਼ ਦਾ ਝੁਕਣਾ, and all our moods, ਸਾਡੇ ਮੂਡ ਅਤੇ ਮੈਨਰਸ ਅਤੇ ਆਦਤਾਂ ਨੂੰ ਦੇ ਬਾਰੇ ਰੱਖਿਆ ਕਰੇ ਜਾਂ ਇਹਨਾਂ ਦੇ ਬਾਰੇ ਕੋਈ ਵੀ ਕਾਨੂੰਨ ਇਹਨੂੰ ਨਿਰਧਾਰਿਤ ਨਹੀਂ ਕਰ ਸਕਦਾ। But we are bound to endorse the verdict against the liftman, ਪਰ ਅਸੀਂ ਲਿਫਟ ਚਾਲਕ ਦੇ ਵਿਰੁੱਧ ਆਪਣਾ ਫੈਸਲਾ, ਆਪਣਾ ਨਿਰਣਾ ਦੇਣ ਦੇ ਲਈ ਮਜਬੂਰ ਹਾਂ। Most people will have a certain sympathy with him, ਬਹੁਤ ਸਾਰੇ ਲੋਕਾਂ ਨੂੰ ਉਸ ਦੇ ਨਾਲ ਹਮਦਰਦੀ ਹੋਵੇਗੀ। While it is true that there is no law, ਜਦਕਿ ਇਹ ਬਿਲਕੁਲ ਸਹੀ ਹੈ ਕਿ ਕੋਈ ਵੀ ਕਾਨੂੰਨ ਸਾਨੂੰ ਕੰਪੈਲ ਮਜਬੂਰ ਨਹੀਂ ਕਰ ਸਕਦਾ to say please ਕਹਿਣ ਦੇ ਲਈ। There is a social practice, ਇੱਕ ਸਮਾਜਿਕ ਪ੍ਰਥਾ ਹੈ, much older, ਬਹੁਤ ਪੁਰਾਣੀ, and more sacred ਤੇ ਬਹੁਤ ਜ਼ਿਆਦਾ ਪਵਿੱਤਰ than any law, ਕਿਸੇ ਵੀ ਕਾਨੂੰਨ ਦੇ ਨਾਲੋਂ ਬਹੁਤ ਪੁਰਾਣੀ ਅਤੇ ਪਵਿੱਤਰ ਇੱਕ ਪ੍ਰਥਾ ਹੈ which enjoins us to be civil, ਜਿਹੜੀ ਕਿ ਸਾਨੂੰ ਸਿਵਲ ਸਭ्य ਰਹਿਣ ਦੇ ਲਈ ਕਹਿੰਦੀ ਹੈ ਜਾਂ ਸਵੀਕਾਰ ਕਰਨ ਨੂੰ ਕਹਿੰਦੀ ਹੈ। And the first requirement of civility is that we should acknowledge service, ਤੇ ਸਭ्य ਹੋਣ ਦੀ ਸਭ ਤੋਂ ਪਹਿਲੀ ਮੰਗ, ਸਭ ਤੋਂ ਪਹਿਲੀ ਲੋੜ ਇਹ ਹੈ ਕਿ ਸਾਨੂੰ ਕਿਸੇ ਦੀ ਵੀ ਸੇਵਾ ਨੂੰ ਸਵੀਕਾਰ ਕਰਨਾ ਚਾਹੀਦਾ ਹੈ। Please and thank you are the small chains with which we pave our way as social beings. ਕਿਰਪਾ ਕਰਕੇ ਤੇ ਧੰਨਵਾਦ ਦੋ ਛੋਟੇ ਜਿਹੇ ਸ਼ਬਦ ਹਨ ਜਿਨ੍ਹਾਂ ਦੇ ਰਾਹੀਂ ਅਸੀਂ ਆਪਣਾ ਸਮਾਜਿਕ ਪ੍ਰਾਣੀ ਹੋਣ ਦਾ ਰਸਤਾ ਬਣਾਉਂਦੇ ਹਾਂ ਜਾਂ ਰਸਤਾ ਸਾਫ਼ ਕਰਦੇ ਹਾਂ। They are the little courtesies, ਇਹ ਛੋਟੇ ਛੋਟੇ ਸ਼ਿਸ਼ਟਾਚਾਰ ਹਨ by which we keep the machine of life oiled and running sweetly, ਜਿਨ੍ਹਾਂ ਦੇ ਰਾਹੀਂ ਅਸੀਂ ਆਪਣੀ ਜ਼ਿੰਦਗੀ ਰੂਪੀ ਮਸ਼ੀਨ ਨੂੰ ਤੇਲ ਦਿੰਦੇ ਹਾਂ, ਇਸ ਨੂੰ ਵਧੀਆ ਤਰੀਕੇ ਨਾਲ ਚਲਾਉਂਦੇ ਹਾਂ ਜਾਂ ਇਸ ਦੀ ਚਾਲ ਨੂੰ ਅਸੀਂ ਠੀਕ ਰੱਖਦੇ ਹਾਂ। They put our intercourse upon the basis of friendly cooperation, ਇਹਨਾਂ ਸ਼ਬਦਾਂ ਦੀ ਵਰਤੋਂ ਨਾਲ ਅਸੀਂ ਇੱਕ ਦੋਸਤ ਦੀ ਤਰ੍ਹਾਂ ਗੱਲਬਾਤ, ਇੰਟਰਕੋਰਸ, ਗੱਲਬਾਤ ਸ਼ੁਰੂ ਕਰ ਸਕਦੇ ਹਾਂ। As easy give and take instead of on the basis of superiors dictating to inferiors, ਆਸਾਨੀ ਨਾਲ give and take, ਲੈਣ ਦੇਣ ਕਰ ਸਕਦੇ ਹਾਂ, ਇਸ ਦੀ ਬਜਾਏ ਕਿ ਇੱਕ ਬੌਸ, ਇੱਕ ਸੁਪੀਰੀਅਰ ਆਪਣੇ ਤੋਂ ਛੋਟੇ ਨੂੰ ਕੁਛ ਰੋਕ ਪਾ ਰਿਹਾ ਹੋਵੇ ਜਾਂ ਕੋਈ ਗੱਲ ਕਹਿ ਰਿਹਾ ਹੋਵੇ। ਸੋ ਇਸ ਤਰ੍ਹਾਂ ਇਹ ਇੱਕ ਵਧੀਆ ਇਨਸਾਨ ਆਪਣੇ ਤੋਂ ਜਿਵੇਂ ਕਿ ਘਟੀਆ ਇਨਸਾਨ ਨੂੰ ਹੁਕਮ ਦੇ ਰਿਹਾ ਹੋਵੇ। ਇਟ ਇਜ਼ ਅ ਵੈਰੀ ਵਲਗਰ ਮਾਈਂਡ, ਇਹ ਕੋਈ ਭੈੜਾ ਹੀ ਮਨ ਹੋਵੇਗਾ। ਵਲਗਰ ਅਸ਼ਲੀਲ ਵੀ ਅਸੀਂ ਕਹਿ ਸਕਦੇ, ਅਸ਼ਲੀਲ ਮਨ ਹੋਵੇਗਾ ਜਿਹੜਾ ਕਿ ਇਸ ਦੇ ਬਾਰੇ ਸੋਚਦਾ ਹੈ। That would wish to command where he can have the service for the asking, ਜਿਹੜਾ ਕਿ ਕਮਾਂਡ ਕਰਨਾ, ਰੋਕ ਪਾਉਣਾ ਚਾਹੇਗਾ ਜਦ ਕਿ ਉਸ ਥਾਂ ਤੇ ਅਸੀਂ ਆਰਾਮ ਨਾਲ, ਪਿਆਰ ਨਾਲ ਕਹਿ ਕੇ ਵੀ ਉਹ ਕੰਮ ਕਰਵਾ ਸਕਦੇ ਹਾਂ। Have it with willingness, ਦੂਜੇ ਦੀ ਮਰਜ਼ੀ ਦੇ ਨਾਲ, good feeling, ਚੰਗੀ ਭਾਵਨਾ ਦੇ ਨਾਲ ਅਸੀਂ ਕੰਮ ਲੈ ਸਕਦੇ ਹਾਂ। Instead of resentment, ਇਸ ਦੀ ਬਜਾਏ ਕਿ ਅਸੀਂ ਨਿਰਾਸ਼ਾ ਦੇ ਨਾਲ ਕਿਸੇ ਕੋਲੋਂ ਕੋਈ ਕੰਮ ਕਰਵਾਈਏ। I should like to feature in this connection my friend the polite conductor. ਸੋ ਇੱਥੇ ਹੁਣ ਰਾਈਟਰ ਸਾਨੂੰ ਇੱਕ ਕੰਡਕਟਰ ਦੀ ਐਗਜ਼ਾਮਪਲ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਉਸਦਾ ਬਿਹੇਵੀਅਰ ਬਹੁਤ ਹੀ ਨਰਮ ਸੀ, ਵਿਨਮਰ ਸੀ, ਹਲੀਮੀ ਨਾਲ ਗੱਲ ਕਰਦਾ ਸੀ, ਉਹਦੀ ਐਗਜ਼ਾਮਪਲ ਉਸਨੇ ਦਿੱਤੀ ਹੈ। ਇੱਥੇ ਮੈਂ ਆਪਣੇ ਇੱਕ ਦੋਸਤ ਦੀ ਗੱਲ ਕਰਨਾ ਚਾਹਾਂਗਾ ਜਿਹੜਾ ਕਿ ਕੰਡਕਟਰ ਹੈ, ਪੋਲਾਈਟ ਹੈ, ਬਹੁਤ ਹੀ ਹਲੀਮੀ ਨਾਲ ਗੱਲ ਕਰਨ ਵਾਲਾ। ਬਾਈ ਦਿਸ ਡਿਸਕ੍ਰਿਮੀਨੇਟਿੰਗ ਟਾਈਟਲ, ਉਸਨੂੰ ਇਹ ਟਾਈਟਲ ਦੇ ਕੇ ਇੱਕ ਵੱਖਰੀ ਉਪਾਧੀ ਦੇ ਕੇ ਆਈ ਡੂ ਨਾਟ ਇੰਟੈਂਡ ਟੂ ਸੁਜੈਸਟ ਏ ਰਿਬਿਊਕ ਟੂ ਕੰਡਕਟਰਸ ਜਨਰਲੀ, ਮੈਂ ਬਾਕੀ ਦੇ ਆਮ ਕੰਡਕਟਰਾਂ ਦੇ ਲਈ ਕੋਈ ਝਿੜਕ ਜਾਂ ਕਿਸੇ ਹੋਰ ਗੱਲ ਦਾ ਸੁਝਾਅ ਨਹੀਂ ਦੇ ਰਿਹਾ। ਹੇਅਰ ਔਰ ਦੇਅਰ you will meet an unpleasant specimen who regards the passengers as his natural enemies. ਇੱਧਰ ਉੱਧਰ ਤੁਹਾਨੂੰ ਕਿਧਰੇ ਵੀ
ਕੋਈ ਅਜਿਹਾ ਸ਼ਖਸ ਮਿਲ ਸਕਦਾ ਹੈ ਜਿਹੜਾ ਕਿ ਪੈਸੰਜਰਸ ਨੂੰ, ਯਾਤਰੀਆਂ ਨੂੰ ਆਪਣਾ ਕੁਦਰਤੀ ਤੌਰ ਤੇ ਐਨੀਮੀ, ਦੁਸ਼ਮਣ ਸਮਝਦਾ ਹੈ। whose chief purpose on the bus is to cheat him, ਜਿਨ੍ਹਾਂ ਦਾ ਮੁੱਖ ਪਰਪਸ ਉਦੇਸ਼ ਹੈ ਉਸ ਨੂੰ ਯਾਨੀ ਕਿ ਕੰਡਕਟਰ ਨੂੰ ਚੀਟ ਕਰਨਾ, ਧੋਖਾ ਦੇਣਾ। and who can only be kept reasonably honest by a loud voice and an aggressive manner, ਤੇ ਜਿਨ੍ਹਾਂ ਨੂੰ ਤੁਸੀਂ ਸਿਰਫ ਕਿਸ ਤਰੀਕੇ ਨਾਲ ਚੁੱਪ ਰੱਖ ਸਕਦੇ ਹੋ, ਉੱਚੀ ਬੋਲ ਕੇ ਜਾਂ ਗੁੱਸੇ ਵਾਲਾ ਤਰੀਕੇ ਰਾਹੀਂ ਤੁਸੀਂ ਉਹਨਾਂ ਨੂੰ ਚੁੱਪ ਜਾਂ ਇਮਾਨਦਾਰ ਬਣਾ ਸਕਦੇ ਹੋ। I pay a tribute to a particular member of that class. ਸੋ ਮੈਂ ਇਸ ਵਰਗ ਦੇ ਇੱਕ ਖਾਸ ਮੈਂਬਰ ਨੂੰ ਆਪਣੀ ਟ੍ਰਿਬਿਊਟ, ਆਪਣੀ ਸ਼ਰਧਾਂਜਲੀ ਦਿੰਦਾ ਹਾਂ। I first became conscious of his existence one day when I jumped onto a bus and found that I had left home without any money in my pocket. ਮੈਨੂੰ ਉਸਦੀ ਐਗਜ਼ਿਸਟੈਂਸ, ਉਸਦੀ ਹੋਂਦ ਬਾਰੇ ਪਹਿਲੀ ਵਾਰ ਉਦੋਂ ਧਿਆਨ ਆਇਆ ਜਦੋਂ ਇੱਕ ਦਿਨ ਮੈਂ ਬੱਸ ਵਿੱਚ ਚੜ੍ਹਿਆ ਐਂਡ ਫਾਊਂਡ ਦੈਟ, ਤੇ ਮੈਨੂੰ ਇਹ ਪਤਾ ਲੱਗਿਆ ਕਿ ਮੈਂ ਆਪਣੇ ਪੈਸੇ ਘਰ ਹੀ ਛੱਡ ਆਇਆ ਹਾਂ। ਐਵਰੀਵਨ ਹੈਜ਼ ਹੈਡ ਦਾ ਐਕਸਪੀਰੀਅੰਸ, ਹਰ ਇੱਕ ਨੂੰ ਇਹ ਐਕਸਪੀਰੀਅੰਸ, ਇਹ ਅਨੁਭਵ ਹੁੰਦਾ ਹੈ। ਐਂਡ ਨੋਜ਼ ਦਾ ਫੀਲਿੰਗ, ਤੇ ਉਸ ਵਕਤ ਅਸੀਂ ਆਪਣੀ ਭਾਵਨਾ ਜਾਣਦੇ ਹਾਂ। ਦਾ ਮਿਕਸਡ ਫੀਲਿੰਗ, ਇੱਕ ਅਜਿਹੀ ਮਿਲੀ ਜੁਲੀ ਭਾਵਨਾ ਵਿੱਚ ਦਾ ਡਿਸਕਵਰੀ ਅਰਾਊਸਿਸ, ਜਦੋਂ ਤੁਹਾਨੂੰ ਇਹ ਖੋਜ ਪਤਾ ਲੱਗਦੀ ਹੈ ਕਿ ਤੁਹਾਡੇ ਕੋਲ ਪੈਸੇ ਨਹੀਂ ਹਨ। ਯੂ ਆਰ ਅਨੋਇਡ, ਤੁਸੀਂ ਆਪਣੇ ਆਪ 'ਤੇ ਗੁੱਸਾ ਕਰਦੇ ਹੋ, ਨਾਰਾਜ਼ ਹੁੰਦੇ ਹੋ। ਬਿਕੋਜ਼ ਯੂ ਲੁੱਕ ਲਾਈਕ ਏ ਫੂਲ ਐਟ ਦਾ ਬੈਸਟ, ਉਸ ਵਕਤ ਤੁਸੀਂ ਸਭ ਤੋਂ ਵੱਧ ਆਪਣੇ ਆਪ ਨੂੰ ਹੀ ਮੂਰਖ ਲੱਗਦੇ ਹੋ। ਐਂਡ ਲਾਈਕ ਏ ਨੇਵ ਐਟ ਦਾ ਵਰਸਟ, ਤੇ ਉਸ ਤੋਂ ਵੀ ਮਾੜਾ ਤੁਹਾਨੂੰ ਬਦਮਾਸ਼ ਸਮਝਿਆ ਜਾਂਦਾ ਹੈ। ਯੂ ਵੁੱਡ ਨਾਟ ਬੀ ਐਟ ਆਲ ਸਰਪ੍ਰਾਈਜ਼, ਤੁਹਾਨੂੰ ਕੋਈ ਵੀ ਹੈਰਾਨੀ ਨਹੀਂ ਹੋਵੇਗੀ if the conductor eyed you coldly as much as to say, ਜੇ ਕੰਡਕਟਰ ਤੁਹਾਨੂੰ ਇਹ ਸਮਝ ਕੇ ਜਾਂ ਤੁਹਾਨੂੰ ਇੱਕ ਮੂਰਖ ਜਾਂ ਘੂਰ ਕੇ ਦੇਖੇ, yes I know the stale old trick, ਹਾਂ ਮੈਨੂੰ ਤੁਹਾਡੀ ਇਹ ਕਿਸੇ ਪਿੱਟੀ ਚਲਾਕੀ ਦਾ ਪਤਾ ਹੈ। now then off you get, ਤੇ ਚੱਲ ਹੁਣ ਤੂੰ ਇੱਥੋਂ ਨੀਚੇ ਉਤਰ ਜਾ, ਜਾਂ ਤੁਹਾਨੂੰ ਬੱਸ 'ਚ ਉਤਾਰ ਦਿੰਦਾ ਹੈ। and even if the conductor is a good fellow, ਪਰ ਜੇ ਕੰਡਕਟਰ ਚੰਗਾ ਹੈ and lets you down easily, ਤੇ ਤੁਹਾਨੂੰ ਆਰਾਮ ਨਾਲ ਉਤਰਨ ਦਿੰਦਾ ਹੈ। you are faced with the necessity of going back, ਤੁਹਾਨੂੰ ਉਸ ਵਕਤ ਵਾਪਸ ਜਾਣ ਦੀ ਲੋੜ ਪੈਂਦੀ ਹੈ। and the inconvenience, ਤੇ ਜਿਹੜੀ ਬੇਆਰਾਮੀ ਹੁੰਦੀ ਹੈ perhaps of missing your train or your engagement, ਤੇ ਸ਼ਾਇਦ ਤੁਸੀਂ ਆਪਣੀ ਗੱਡੀ ਮਿਸ ਕਰ ਜਾਓ ਜਾਂ ਤੁਹਾਡੀ ਇੰਗੇਜਮੈਂਟ, ਤੁਹਾਡਾ ਕੋਈ ਕੰਮ ਜ਼ਰੂਰੀ ਹੈ ਅਤੇ ਉਹ ਤੁਸੀਂ ਸਮੇਂ ਸਿਰ ਪੂਰਾ ਨਾ ਕਰ ਸਕੋ, ਤਾਂ ਤੁਹਾਨੂੰ ਅਸੁਵਿਧਾ ਤਾਂ ਹੁੰਦੀ ਹੀ ਹੈ। Having searched my pockets in vain for stray coopers, ਆਪਣੀਆਂ ਜੇਬਾਂ ਫਰੋਲ ਕੇ ਸ਼ਾਇਦ ਕੋਈ ਮੈਨੂੰ ਭੁੱਲਿਆ ਭਟਕਿਆ, ਸਟ੍ਰੇ ਭੁੱਲਿਆ ਭਟਕਿਆ ਕੋਈ ਕੂਪਰ ਸਿੱਕਾ ਮਿਲ ਜਾਵੇ। ਐਂਡ ਹੈਵਿੰਗ ਫਾਊਂਡ ਆਈ ਵਾਜ਼ ਅਟਰਲੀ ਪੈਨੀਲੈਸ, ਤੇ ਇਹ ਪਤਾ ਲੱਗਿਆ ਕਿ ਮੇਰੇ ਕੋਲ ਬਿਲਕੁਲ ਕੋਈ ਵੀ ਪੈਸਾ ਨਹੀਂ ਸੀ ਜਾਂ ਮੈਂ ਬਿਲਕੁਲ ਪੈਸੇ ਤੋਂ ਬਿਨਾਂ ਸੀ। I told the conductor with as honest a face as I could assume that I couldn't pay the fare, ਤੇ ਮੈਂ ਜਿੰਨਾ ਕੁ ਇਮਾਨਦਾਰ ਬਣ ਸਕਦਾ ਸੀ ਉਨੇ ਕੁ ਇਮਾਨਦਾਰ ਚਿਹਰੇ ਨਾਲ ਮੈਂ ਕੰਡਕਟਰ ਨੂੰ ਦੱਸਿਆ ਕਿ ਮੈਂ ਕਿਰਾਇਆ ਨਹੀਂ ਦੇ ਸਕਦਾ ਸੀ ਐਂਡ ਮਸਟ ਗੋ ਬੈਕ ਫॉर ਮਨੀ, ਤੇ ਮੈਨੂੰ ਪੈਸਿਆਂ ਦੀ ਖਾਤਰ ਵਾਪਸ ਜਾਣਾ ਪਵੇਗਾ। ਓ ਯੂ ਨੀਡ ਨਾਟ ਗੈਟ ਆਫ, ਤੁਹਾਨੂੰ ਉਤਰਨ ਦੀ ਜ਼ਰੂਰਤ ਨਹੀਂ ਹੈ। That's all right, ਠੀਕ, ਕੋਈ ਗੱਲ ਨਹੀਂ, ਸਭ ਠੀਕ ਹੈ। said he, ਉਸਨੇ ਕਿਹਾ। all right, said I, ਤੇ ਫਿਰ ਅੱਗੋਂ ਮੈਂ ਵੀ ਪੁੱਛਿਆ, ਹੈ ਸਭ ਠੀਕ ਹੈ। but I haven't a cooper on me, ਪਰ ਮੇਰੇ ਕੋਲ ਤਾਂ ਇੱਕ ਸਿੱਕਾ ਵੀ ਨਹੀਂ ਹੈ। oh I will book you through, ਕੋਈ ਗੱਲ ਨਹੀਂ, ਮੈਂ ਤੁਹਾਨੂੰ ਤੁਹਾਡੀ ਮੰਜ਼ਿਲ 'ਤੇ ਲੈ ਜਾਵਾਂਗਾ। he replied, where do you want to go, ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ। and he handed me a ticket for anywhere from the bank to Hong Kong, ਤੇ ਉਸਨੇ ਮੈਨੂੰ ਬੈਂਕ ਤੋਂ ਹਾਂਗਕਾਂਗ ਜਾਣ ਦੀ ਟਿਕਟ ਦੀ ਪੇਸ਼ਕਸ਼ ਕੀਤੀ। I said it was very kind of him, ਤੇ ਮੈਂ ਉਸਨੂੰ ਕਿਹਾ ਕਿ ਮੈਂ ਉਸਦੀ ਬਹੁਤ ਮੇਰੇ ਪ੍ਰਤੀ ਬਹੁਤ ਉਸਦੀ ਦਇਆ ਹੈ। and told him where I wanted to go, ਤੇ ਮੈਂ ਉਸਨੂੰ ਦੱਸਿਆ ਮੈਂ ਕਿੱਥੇ ਜਾਣਾ ਚਾਹੁੰਦਾ ਸੀ। and as he gave me the ticket, ਤੇ ਜੋ ਹੀ ਉਸਨੇ ਮੈਨੂੰ ਟਿਕਟ ਦਿੱਤੀ, I said, ਮੈਂ ਕਿਹਾ but where shall I send the fare,
ਪਰ ਮੈਂ ਤੁਹਾਨੂੰ ਕਿਰਾਇਆ ਕਿੱਥੇ ਭੇਜ ਸਕਦਾ ਹਾਂ ਜਾਂ ਕਿੱਥੇ ਭੇਜਾਂਗਾ? ਓਹ, ਯੂ ਵਿਲ ਸੀ ਮੀ ਸਮਡੇ ਆਲਰਾਈਟ, ਹੀ ਸੈਡ ਚੇਅਰਫੁਲੀ। ਤੇ ਉਸਨੇ ਬੜੀ ਖੁਸ਼ੀ ਨਾਲ ਕਿਹਾ, ਤੁਸੀਂ ਫੇਰ ਮੈਨੂੰ ਕਿਸੇ ਦਿਨ ਇਸੇ ਤਰ੍ਹਾਂ ਹੀ ਦੇਖੋਗੇ ਜਾਂ ਮਿਲੋਗੇ। ਐਜ਼ ਹੀ ਟਰਨ ਟੂ ਗੋ, ਇਹ ਗੱਲ ਉਸਨੇ ਕਹੀ ਜਿਉਂ ਹੀ ਉਹ ਵਾਪਿਸ ਮੁੜਨ ਲੱਗਾ ਸੀ। ਐਂਡ ਦੈਨ ਲਕਲੀ ਮਾਈ ਫਿੰਗਰਸ ਸਟਿਲ ਵਾਂਡਰਿੰਗ ਇਨ ਦ ਕਾਰਨਰਸ ਆਫ ਮਾਈ ਪਾਕੇਟਸ, ਤੇ ਪਰ ਚੰਗੀ ਕਿਸਮਤ, ਮੇਰੀਆਂ ਉਂਗਲਾਂ ਅਜੇ ਵੀ ਮੇਰੀਆਂ ਜੇਬਾਂ ਦੇ ਵਿੱਚ ਘੁੰਮ ਰਹੀਆਂ ਸਨ। ਤੇ ਅਚਾਨਕ ਲਾਈਟਿਡ ਔਨ ਏ ਸ਼ਿਲਿੰਗ, ਤੇ ਮੈਨੂੰ ਕਿਸੇ ਤਰੀਕੇ ਇੱਕ ਸ਼ਿਲਿੰਗ ਮਿਲ ਗਿਆ। ਐਂਡ the account was cleared, ਹਿਸਾਬ ਬਰਾਬਰ ਹੋ ਗਿਆ। But that fact did not lessen the glow of pleasure which so good-natured an action had given me. ਪਰ ਇਹ ਸੱਚਾਈ, ਇਹ ਪ੍ਰਸੰਨਤਾ, ਇਹ ਖੁਸ਼ੀ ਨੂੰ ਘੱਟ ਨਹੀਂ ਕਰ ਸਕੀ ਜਿਹੜੀ ਕਿ ਉਸ ਦੇ ਇੱਕ ਚੰਗੇ ਕੰਮ ਨੇ ਮੈਨੂੰ ਦਿੱਤੀ ਸੀ, ਕਿ ਉਸ ਇਨਸਾਨ ਦੇ ਇੱਕ ਚੰਗੇ ਕਰਮ ਨੇ, ਇੱਕ ਕੰਮ ਨੇ ਮੈਨੂੰ ਜਿਹੜੀ ਖੁਸ਼ੀ ਦਿੱਤੀ ਸੀ ਉਹ ਬਿਲਕੁਲ ਵੀ ਘੱਟ ਨਹੀਂ। A few days after my most sensitive toe was trampled on rather heavily as I sat reading on the top of a bus, ਕੁਛ ਦਿਨ ਬਾਅਦ ਮੇਰੇ ਪੈਰ ਦਾ ਪੰਜਾ ਜਿਹੜਾ ਹੈ ਉਹ ਬੁਰੀ ਤਰ੍ਹਾਂ ਕੁਚਲਿਆ ਗਿਆ, ਸ਼ਾਇਦ ਜ਼ਿਆਦਾ ਹੀ ਬੁਰੀ ਤਰ੍ਹਾਂ। ਐਜ਼ ਆਈ ਸੈਟ ਰੀਡਿੰਗ ਔਨ ਦਾ ਟੌਪ ਆਫ ਅ ਬਸ, ਮੈਂ ਬੱਸ ਦੇ ਵਿੱਚ ਉੱਪਰ ਬੈਠਾ ਹੋਇਆ, ਉੱਪਰਲੀ ਛੱਤ ਤੇ ਬੈਠਾ ਹੋਇਆ ਕੁਝ ਪੜ੍ਹ ਰਿਹਾ ਸੀ। ਆਈ ਲੁਕਡ ਅਪ ਵਿਦ ਸਮ ਐਂਗਰ ਐਂਡ ਮੋਰ ਐਗੋਨੀ, ਮੈਂ ਕੁਝ ਗੁੱਸੇ ਨਾਲ ਤੇ ਦਰਦ ਨਾਲ ਉੱਪਰ ਵੱਲ ਦੇਖਿਆ। ਐਂਡ ਸੌ ਮਾਈ ਫਰੈਂਡ ਆਫ ਦ ਚੀਅਰਫੁਲ ਕਾਊਂਟੀਨੈਂਸ, ਤੇ ਮੈਂ ਫੇਰ ਆਪਣੇ ਉਸ ਦੋਸਤ ਦਾ ਹੱਸਦਾ ਹੋਇਆ ਚਿਹਰਾ ਵੇਖਿਆ। ਸੌਰੀ ਸਰ, ਹੀ ਸੈਡ, ਉਹਨੇ ਕਿਹਾ, ਸ਼੍ਰੀਮਾਨ ਮੁਆਫੀ ਚਾਹੁੰਦਾ ਹਾਂ। ਆਈ ਨੋ ਦੀਜ਼ ਆਰ ਹੈਵੀ ਬੂਟਸ, ਮੈਨੂੰ ਪਤਾ ਹੈ ਇਹ ਬੂਟ ਬਹੁਤ ਭਾਰੇ ਹਨ। ਗੌਟ ਦੈਮ ਬਿਕੋਜ਼ ਮਾਈ ਓਨ ਫੀਟ ਗੈਟ ਟਰੋਡ ਔਨ ਸੋ ਮਚ ਐਂਡ ਨਾਓ ਆਮ ਟ੍ਰੇਡਿੰਗ ਔਨ ਅਦਰ ਪੀਪਲ, ਮੈਨੂੰ ਪਤਾ ਹੈ ਇਹ ਬੂਟ ਬਹੁਤ ਭਾਰੀ ਹਨ। ਮੈਂ ਇਹ ਬੂਟ ਇਸ ਕਰਕੇ ਲਏ ਕਿਉਂਕਿ ਮੇਰੇ ਆਪਣੇ ਪੈਰ ਬਾਰ-ਬਾਰ ਕੁਚਲੇ ਜਾਂਦੇ ਹਨ। ਆਮ ਟ੍ਰੇਡਿੰਗ ਔਨ ਅਦਰ ਪੀਪਲ, ਤੇ ਮੈਂ ਹੁਣ ਦੂਜਿਆਂ ਦਾ ਪੈਰ ਮਿਧ ਰਿਹਾ ਹਾਂ, ਕੁਚਲ ਰਿਹਾ ਹਾਂ। ਹੋਪ ਆਈ ਡਿਡਨਟ ਹਰਟ ਯੂ ਸਰ, ਮੈਨੂੰ ਆਸ ਹੈ ਕਿ ਮੈਂ ਤੁਹਾਨੂੰ ਜ਼ਿਆਦਾ ਸੱਟ ਨਹੀਂ ਪਹੁੰਚਾਈ। ਹੀ ਹੈਡ ਹਰਟ ਮੀ, ਉਹਨੇ ਮੈਨੂੰ ਸੱਟ ਪਹੁੰਚਾਈ ਸੀ। ਬਟ ਹੀ ਵਾਜ਼ ਸੋ ਨਾਈਸ, ਪਰ ਉਹ ਇੰਨਾ ਚੰਗਾ ਸੀ ਅਬਾਊਟ ਇਟ, ਇਹਦੇ ਬਾਰੇ, that I assured him he hadn't, ਕਿ ਮੈਂ ਉਹਨੂੰ ਭਰੋਸਾ ਦਵਾਇਆ ਕਿ ਉਸਨੇ ਮੈਨੂੰ ਸੱਟ ਨਹੀਂ ਪਹੁੰਚਾਈ ਸੀ। After this, I began to observe him whenever I boarded his bus. ਇਸ ਤੋਂ ਬਾਅਦ ਮੈਂ ਉਸਨੂੰ observe ਕਰਨਾ, ਦੇਖਣਾ ਸ਼ੁਰੂ ਕਰ ਦਿੱਤਾ ਜਦੋਂ ਵੀ ਮੈਂ ਉਹਦੀ ਬੱਸ ਵਿੱਚ ਬੋਰਡ ਕਰਦਾ ਯਾਨੀ ਚੜ੍ਹਦਾ। And found a curious pleasure in the constant good nature of his bearing, ਤੇ ਮੈਂ ਦੇਖਿਆ ਕਿ ਉਸਦੇ ਚੰਗੇ ਸੁਭਾਅ ਦੇ ਵਿੱਚ ਖੁਸ਼ੀ ਹਮੇਸ਼ਾ ਹੀ ਪਾਈ ਜਾਂਦੀ ਸੀ, ਯਾਨੀ ਉਹ ਹਮੇਸ਼ਾ ਖੁਸ਼ ਰਹਿੰਦਾ ਸੀ। ਹੀ ਸੀਮਡ ਟੂ ਹੈਵ ਐਨ ਇਨਐਗਜ਼ੌਸਟੀਬਲ, ਕਦੇ ਨਾ ਖਤਮ ਹੋਣ ਵਾਲਾ, ਫੰਡ ਆਫ ਪੇਸ਼ੈਂਸ, ਮੈਂ ਦੇਖਿਆ ਉਸ ਵਿੱਚ ਕਦੇ ਨਾ ਖਤਮ ਹੋਣ ਵਾਲੇ ਸਬਰ ਦਾ ਭੰਡਾਰ ਸੀ। ਐਂਡ ਏ ਗਿਫਟ ਫॉर ਮੇਕਿੰਗ ਹਿਜ਼ ਪੈਸੰਜਰਸ ਕੰਫਰਟੇਬਲ, ਤੇ ਆਪਣੇ ਪੈਸੰਜਰਸ ਨੂੰ, ਯਾਤਰੀਆਂ ਨੂੰ ਆਰਾਮ ਨਾਲ ਬਿਠਾਉਣ ਦੀ ਉਸ ਵਿੱਚ ਇੱਕ ਦੇਣ ਸੀ। ਵਿਦ ਓਲਡ ਪੀਪਲ ਹੀ ਵਾਜ਼ ਐਜ਼ ਕੰਸੀਡਰੇਟ ਐਜ਼ ਅ ਸਨ, ਬਜ਼ੁਰਗਾਂ ਦੇ ਨਾਲ ਉਹ ਇੱਕ ਪੁੱਤਰ ਦੀ ਤਰ੍ਹਾਂ ਪੇਸ਼ ਆਉਂਦਾ। ਵਿਦ ਚਿਲਡਰਨ ਐਜ਼ ਸੋਲੀਸ਼ੀਅਸ ਐਜ਼ ਅ ਫਾਦਰ, ਬੱਚਿਆਂ ਦੇ ਨਾਲ ਇੱਕ ਪਿਆਰ ਵਾਲੇ ਪਿਤਾ ਦੀ ਤਰ੍ਹਾਂ। ਹੀ ਹੈਡ ਐਵੀਡੈਂਟਲੀ ਏ ਪਿਕੂਲੀਅਰਲੀ ਵਾਰਮ ਪਲੇਸ ਇਨ ਹਿਜ਼ ਹਾਰਟ ਫॉर ਯੰਗ ਪੀਪਲ, ਨੌਜਵਾਨਾਂ ਦੇ ਲਈ ਉਸਦੇ ਮਨ ਦੇ ਵਿੱਚ ਇੱਕ ਖਾਸ ਨਿੱਘਾ ਪਿਆਰ ਸੀ। ਐਂਡ ਆਲਵੇਜ਼ ਇੰਡਲਡ ਇਨ ਸਮ ਮੈਰੀ ਜੈਸਟ ਵਿਦ ਦੈਮ, ਤੇ ਹਮੇਸ਼ਾ ਉਹਨਾਂ ਦੇ ਨਾਲ ਹਾਸਾ ਮਜ਼ਾਕ ਸਾਂਝਾ ਕਰਦਾ। ਇਫ ਹੀ ਹੈਡ ਅ ਬਲਾਈਂਡ ਮੈਨ ਔਨ ਬੋਰਡ, ਤੇ ਜੇ ਉਸਦੀ ਬੱਸ ਦੇ ਵਿੱਚ ਕੋਈ ਬਲਾਈਂਡ ਆ ਜਾਂਦਾ, ਕੋਈ ਅੰਧਾ ਵਿਅਕਤੀ ਆ ਜਾਂਦਾ, ਇਟ ਵਾਜ਼ ਨਾਟ ਇਨਫ ਟੂ ਸੈਟ ਹਿਮ ਡਾਊਨ ਸੇਫਲੀ ਔਨ ਦਾ ਪੇਵਮੈਂਟ, ਤਾਂ ਉਹ ਸਿਰਫ ਉਸਨੂੰ ਪੇਵਮੈਂਟ, ਫੁੱਟਪਾਥ ਤੇ ਆਰਾਮ ਨਾਲ ਉਸਨੂੰ ਉਤਾਰਦਾ ਹੀ ਨਹੀਂ, ਬਲਕਿ he would call to Bill in front to wait while he took him across the road or round the corner, ਅਤੇ ਉਹ ਬਿਲ ਨੂੰ ਆਵਾਜ਼ ਮਾਰ ਕੇ ਵੇਟ ਕਰਨ ਲਈ, ਇੰਤਜ਼ਾਰ ਕਰਨ ਲਈ ਕਹਿੰਦਾ ਅਤੇ ਉਸਨੂੰ ਲੈ ਕੇ ਸੜਕ ਦੇ ਪਾਰ ਜਾਂ ਰਾਊਂਡ ਦਾ ਕਾਰਨਰ, ਨੁੱਕਰ ਤੱਕ ਛੱਡਦਾ, ਔਰ ਅਦਰਵਾਈਜ਼ ਸੇਫਲੀ ਔਨ ਹਿਜ਼ ਵੇ, ਜਾਂ ਉਸਨੂੰ ਉਸਦੇ ਰਸਤੇ 'ਤੇ ਸੁਰੱਖਿਅਤ ਤੋਰ ਦਿੰਦਾ। ਇਨ ਸ਼ਾਰਟ, ਸੰਖੇਪ ਵਿੱਚ, ਆਈ ਫਾਊਂਡ ਦੈਟ, ਮੈਂ ਇਹ ਦੇਖਿਆ ਕਿ he irradiated such an atmosphere,
ਕਿ ਉਹ ਇੱਦਾਂ ਦਾ ਵਾਤਾਵਰਨ ਫੈਲਾਉਂਦਾ ਸੀ ਆਫ ਗੁੱਡ ਟੈਂਪਰ, ਜਿਹੜਾ ਕਿ ਚੰਗੇ ਸੁਭਾਅ ਦਾ, ਐਂਡ ਕਾਈਂਡਲੀਨੈਸ ਤੇ ਦਇਆ ਭਰਿਆ ਹੁੰਦਾ ਸੀ। ਦੈਟ ਏ ਜਰਨੀ ਵਿਦ ਹਿਮ, ਕਿ ਉਸ ਦੇ ਨਾਲ ਯਾਤਰਾ ਕਰਨਾ ਕੁਦਰਤੀ ਤੌਰ ਤੇ ਸ਼ਿਸ਼ਟਾਚਾਰ, ਨੈਚੁਰਲ ਕਰਟਸੀ ਐਂਡ ਗੁੱਡ ਮੈਨਰਸ ਤੇ ਚੰਗੀਆਂ ਆਦਤਾਂ ਦੇ ਵਿੱਚ ਇੱਕ ਸਬਕ ਦੇਣ ਵਾਲਾ ਸੀ। What struck me particularly was the care which he got through his work, ਤੇ ਜਿਹੜੀ ਚੀਜ਼ ਨੇ ਮੈਨੂੰ ਖਾਸ ਕਰਕੇ ਆਪਣੇ ਵੱਲ ਖਿੱਚਿਆ ਉਹ ਸੀ ਕਿ ਉਹ ਆਪਣੇ ਕੰਮ ਦੇ ਨਾਲ ਨਾਲ ਕੇਅਰ, ਪੂਰਾ ਧਿਆਨ ਰੱਖਦਾ ਸੀ। ਇਫ ਬੈਡ ਮੈਨਰਸ ਆਰ ਇਨਫੈਕਸ਼ੀਅਸ, ਜੇ ਭੈੜੀਆਂ ਆਦਤਾਂ ਛੂਤ ਦੀ ਬਿਮਾਰੀ ਦੀ ਤਰ੍ਹਾਂ ਹਨ, ਛੇਤੀ ਫੈਲਦੀਆਂ ਹਨ, ਸੋ ਆਲਸੋ ਆਰ ਗੁੱਡ ਮੈਨਰਸ, ਤੇ ਚੰਗੀਆਂ ਆਦਤਾਂ ਵੀ ਇੰਝ ਹੀ ਫੈਲਦੀਆਂ ਹਨ। ਇਫ ਵੀ ਐਨਕਾਊਂਟਰ ਇਨਸਿਵਿਲਿਟੀ, ਜੇ ਸਾਡਾ ਸਾਹਮਣਾ ਮਾੜੇ ਵਿਵਹਾਰ ਨਾਲ, ਅਸਭ्य ਵਿਅਕਤੀ ਨਾਲ ਹੁੰਦਾ ਹੈ, ਮੋਸਟ ਆਫ ਆਸ ਆਰ ਐਪਟ ਟੂ ਬਿਕਮ ਅਨਸਿਵਿਲ, ਤੇ ਅਸੀਂ ਵੀ ਅਨਸਿਵਿਲ, ਅਸਭ्य ਹੋ ਜਾਂਦੇ ਹਾਂ। But it is an unusually uncouth person who can be disagreeable with sunny people, ਪਰ ਇਹ ਸ਼ਾਇਦ ਹੀ ਕੋਈ ਭੈੜਾ ਵਿਅਕਤੀ ਹੀ ਹੋਵੇਗਾ ਜਿਹੜਾ ਕਿ ਖੁਸ਼ ਰਹਿਣ ਵਾਲੇ ਲੋਕਾਂ ਨਾਲ ਸਹਿਮਤ ਨਹੀਂ ਹੋਵੇਗਾ। It is with manners as with the weather, ਚੰਗੀਆਂ ਆਦਤਾਂ ਤੇ ਮੌਸਮ ਇੱਕ ਬਰਾਬਰ ਹਨ। Nothing clears up my spirits like a fine day, said Keats। Keats ਇੰਗਲਿਸ਼ ਪੋਇਟ, ਉਸਨੇ ਕਿਹਾ, ਉਸਦੀ ਇੱਕ ਇਹ ਵਰਡਿੰਗ ਹੈ, ਲਾਈਨ ਹੈ ਕਿ ਕੋਈ ਵੀ ਚੀਜ਼ ਮੇਰੀ ਆਤਮਾ ਨੂੰ ਕਲੀਅਰ, ਖੁਸ਼ ਨਹੀਂ ਕਰਦੀ ਜਿੰਨਾ ਕਿ ਇੱਕ ਚੰਗਾ ਦਿਨ। ਐਂਡ ਏ ਚੀਅਰਫੁਲ ਪਰਸਨ ਡਿਸੈਂਡਸ ਔਨ ਈਵਨ ਦ ਗਲੂਮੀਐਸਟ ਆਫ ਆਸ ਵਿਦ ਸਮਥਿੰਗ ਆਫ ਦ ਬੈਨੀਡਿਕਸ਼ਨ ਆਫ ਫਾਈਨ ਡੇ, ਅਤੇ ਇੱਕ ਚੀਅਰਫੁਲ ਪਰਸਨ, ਇੱਕ ਖੁਸ਼ ਰਹਿਣ ਵਾਲਾ ਜਿਹੜਾ ਵਿਅਕਤੀ ਹੈ, ਉਹ ਇੱਕ ਦੁਖੀ ਰਹਿਣ ਵਾਲੇ ਵਿਅਕਤੀ ਤੇ ਵੀ ਆਪਣਾ ਪ੍ਰਭਾਵ ਪਾਉਂਦਾ ਹੈ। ਇੱਕ ਵਧੀਆ ਦਿਨ ਆਸ਼ੀਰਵਾਦ ਦੇ ਨਾਲ, ਅਤੇ ਵਿਦ ਸਮਥਿੰਗ ਆਫ ਦ ਬੈਨੀਡਿਕਸ਼ਨ ਆਫ ਏ ਫਾਈਨ ਡੇ, ਅਤੇ ਇੱਕ ਵਧੀਆ ਦਿਨ ਇੱਕ ਆਸ਼ੀਰਵਾਦ ਦੇ ਨਾਲ। ਐਂਡ ਸੋ ਇਟ ਵਾਜ਼ ਆਲਵੇਜ਼ ਫਾਈਨ ਵੈਦਰ ਔਨ ਦ ਪੋਲਾਈਟ ਕੰਡਕਟਰਸ ਬੱਸ, ਤੇ ਹਮੇਸ਼ਾ ਪੋਲਾਈਟ ਕੰਡਕਟਰ ਦੀ ਬੱਸ ਦੇ ਵਿੱਚ ਵੈਦਰ, ਮੌਸਮ ਹਮੇਸ਼ਾ ਖੁਸ਼ਗਵਾਰ ਹੁੰਦਾ ਸੀ, ਹਾਸੇ ਭਰਿਆ ਵਧੀਆ ਰਹਿੰਦਾ ਸੀ। I have missed him from my bus route of late, ਤੇ ਕੁਝ ਸਮੇਂ ਬਾਅਦ ਮੈਂ ਉਸਨੂੰ ਉਸ ਰੂਟ ਤੇ, ਆਪਣੇ ਰਸਤੇ ਤੇ ਨਹੀਂ ਦੇਖਿਆ। But I hope that, ਪਰ ਮੈਨੂੰ ਇਹ ਆਸ ਹੈ ਕਿ only means that he has carried his sunshine on to another road, ਕਿ ਉਹ ਆਪਣੀ ਚਮਕ ਕਿਸੇ ਹੋਰ ਰਸਤੇ ਤੇ, ਹੋਰ ਸੜਕ ਤੇ ਬਿਖੇਰ ਰਿਹਾ ਹੋਵੇਗਾ। We cannot get civilities back by invoking the law, ਅਸੀਂ ਕਾਨੂੰਨ ਦੇ ਰਾਹੀਂ ਚੰਗਾ ਸੁਭਾਅ, ਚੰਗੀਆਂ ਆਦਤਾਂ ਪ੍ਰਾਪਤ ਨਹੀਂ ਕਰ ਸਕਦੇ। The policeman is a necessary symbol, ਪੁਲਿਸਮੈਨ ਇੱਕ ਜ਼ਰੂਰੀ ਸਿੰਬਲ ਹੈ, ਚਿੰਨ੍ਹ ਹੈ। ਸਿਪਾਹੀ ਇੱਕ ਜ਼ਰੂਰੀ ਚਿੰਨ੍ਹ ਹੈ। And the law is a necessary institution for a society, ਤੇ ਇੱਕ ਸਮਾਜ ਦੇ ਲਈ ਕਾਨੂੰਨ ਇੱਕ ਜ਼ਰੂਰੀ ਸੰਸਥਾ ਹੈ। But the law can only protect us against material attack, ਪਰ ਕਾਨੂੰਨ ਸਾਡੀ ਰੱਖਿਆ ਸਿਰਫ ਭੌਤਿਕ ਹਮਲੇ ਤੇ ਕਰ ਸਕਦਾ ਹੈ। Nor will the liftman's way of meeting moral affront by physical violence help us to restore the civilities, ਪਰ ਲਿਫਟ ਚਾਲਕ ਵੱਲੋਂ ਜਿਹੜਾ ਆਪਣੀ ਬੇਇੱਜ਼ਤੀ ਲੈਣ ਦਾ ਤਰੀਕਾ ਅਪਣਾਇਆ ਗਿਆ, ਸਰੀਰਕ ਹਿੰਸਾ, ਇਹ ਸਾਨੂੰ ਸਿਵਿਲਿਟੀਜ਼, ਚੰਗੀਆਂ ਆਦਤਾਂ ਪ੍ਰਾਪਤ ਕਰਨ ਦੇ ਵਿੱਚ ਹੈਲਪ ਨਹੀਂ ਕਰ ਸਕਦੀ, ਮਦਦ ਨਹੀਂ ਕਰ ਸਕਦਾ। I suggest to him, ਮੈਂ ਉਸਨੂੰ ਇਹ ਸੁਝਾਅ ਦਿੰਦਾ ਹਾਂ, that he would have had a more subtle and effective revenge, ਕਿ ਉਹ ਹੋਰ ਵਧੀਆ, ਆਸਾਨ ਤੇ ਸਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਬਦਲਾ ਲੈ ਸਕਦਾ ਸੀ। If he had treated the gentleman who would not say please with elaborate politeness, ਜੇ ਉਹ ਉਸ ਆਦਮੀ ਨੂੰ ਜਿਸਨੇ ਪਲੀਜ਼ ਨਹੀਂ ਸੀ ਕਿਹਾ, ਹੋਰ ਜ਼ਿਆਦਾ ਇਲੈਬੋਰੇਟ, ਹੋਰ ਜ਼ਿਆਦਾ ਪੋਲਾਈਟਨੈਸ, ਹਲੀਮੀ ਦੇ ਨਾਲ ਉਸਨੂੰ ਬੁਲਾਉਂਦਾ ਜਾਂ ਉਸਨੂੰ ਕਹਿੰਦਾ, he would have had the victory, ਇਸ ਤਰ੍ਹਾਂ ਉਹ ਜਿੱਤ ਪ੍ਰਾਪਤ ਕਰ ਸਕਦਾ ਸੀ। Not only over the bull, ਉਸ ਘਮੰਡੀ ਤੇ ਹੀ ਨਹੀਂ, but over himself, ਆਪਣੇ ਆਪ ਤੇ। And that is the victory that counts, ਤੇ ਇਹੀ ਜਿੱਤ ਗਿਣੀ ਜਾਂਦੀ ਹੈ। The polite man may lose the material advantage, ਹਲੀਮੀ ਵਾਲਾ ਵਿਅਕਤੀ, ਵਿਨਮਰ ਵਿਅਕਤੀ ਭਾਵੇਂ ਭੌਤਿਕ ਤੌਰ ਤੇ ਆਪਣੇ ਨੁਕਸਾਨ, ਆਪਣੇ ਭੌਤਿਕ ਫਾਇਦੇ ਨੂੰ ਖੁੰਝ ਜਾਵੇ, but he always has the spiritual victory, ਪਰ ਸਪਿਰਿਚੁਅਲ ਤੌਰ ਤੇ, ਅਧਿਆਤਮਿਕ ਤੌਰ ਤੇ ਜਿੱਤ ਹਮੇਸ਼ਾ ਉਸਦੀ ਹੁੰਦੀ ਹੈ। I commend to the liftman a story of Chesterfield, ਮੈਂ ਚੈਸਟਰਫੀਲਡ ਦੀ ਕਹਾਣੀ ਲਿਫਟਮੈਨ ਨੂੰ ਦੱਸਣਾ ਚਾਹੁੰਦਾ ਹਾਂ।
In his time, the London streets were without the pavements of today. ਉਸ ਪੁਰਾਣੇ ਸਮੇਂ ਵਿੱਚ ਲੰਡਨ ਦੀਆਂ ਗਲੀਆਂ ਦੇ ਵਿੱਚ ਪੇਵਮੈਂਟਸ ਨਹੀਂ ਸਨ ਅੱਜ ਦੀ ਤਰ੍ਹਾਂ। ਐਂਡ ਦ ਮੈਨ ਹੂ ਟੁੱਕ ਦ ਵਾਲ ਹੈਡ ਦ ਡਰਾਈਐਸਟ ਫੁਟਿੰਗ। ਅਤੇ ਜਿਹੜਾ ਵੀ ਵਿਅਕਤੀ ਸੜਕ ਦੇ ਨਾਲ ਦੀਵਾਰ ਦੇ ਨਾਲ ਚੱਲਦਾ ਸੀ ਉਸ ਦੇ ਪੈਰ ਸਹੀ ਸਾਫ਼ ਰਹਿੰਦੇ ਸਨ, ਸੁੱਕੇ ਰਹਿੰਦੇ ਸਨ। I never give the wall to a scoundrel, said a man who met Chesterfield। ਤੇ ਇਸੇ ਤਰ੍ਹਾਂ ਗਲੀ ਦੇ ਵਿੱਚ ਇੱਕ ਦਿਨ ਚੈਸਟਰਫੀਲਡ ਨੂੰ ਇੱਕ ਆਦਮੀ ਮਿਲਿਆ ਤੇ ਜਿਸਨੇ ਅੱਗੋਂ ਇਹ ਕਿਹਾ ਕਿ ਮੈਂ ਤਾਂ ਕਦੇ ਵੀ ਕਿਸੇ ਸਕਾਊਂਡਰਲ ਦੁਸ਼ਟ ਨੂੰ ਰਸਤਾ ਨਹੀਂ ਦਿੰਦਾ। I always do, said Chesterfield, stepping with a bow into the road। ਪਰ ਚੈਸਟਰਫੀਲਡ ਅੱਗੋਂ ਝੁਕ ਕੇ ਸੜਕ ਦੇ ਇੱਕ ਪਾਸੇ ਹੋ ਕੇ ਉਸਨੂੰ ਕਹਿੰਦਾ ਮੈਂ ਤਾਂ ਹਮੇਸ਼ਾ ਇਸ ਤਰ੍ਹਾਂ ਕਰਦਾ ਹਾਂ। I hope the liftman will agree that his revenge was much more sweet than if he had flung the fellow into the mud। ਸੋ ਮੈਨੂੰ ਇਹ ਆਸ ਹੈ ਕਿ ਲਿਫਟ ਚਾਲਕ ਇਸ ਦੇ ਨਾਲ ਸਹਿਮਤ ਹੋਵੇਗਾ ਕਿ ਉਸ ਦਾ ਬਦਲਾ ਜ਼ਿਆਦਾ ਵਧੀਆ ਸੀ ਬਜਾਏ ਕਿ ਉਸਨੇ ਉਸ ਵਿਅਕਤੀ ਨੂੰ ਚਿੱਕੜ ਦੇ ਵਿੱਚ ਸੁੱਟਿਆ ਹੁੰਦਾ। ਸੋ ਹਲੀਮੀ ਦੇ ਨਾਲ, ਪੋਲਾਈਟਨੈਸ ਦੇ ਨਾਲ ਜਿਹੜਾ ਕੰਮ ਅਸੀਂ ਕਰ ਸਕਦੇ ਹਾਂ ਉਹ ਕੰਮ ਅਸੀਂ ਕਿਸੇ ਨਾਲ ਗੁੱਸੇ ਹੋ ਕੇ ਨਹੀਂ ਕਰਾ ਸਕਦੇ। ਸੋ ਓਵਰਆਲ ਰਾਈਟਰ ਨੇ ਇਸ ਚੈਪਟਰ ਦੇ ਵਿੱਚ ਬੱਚੋ ਆਪਾਂ ਨੂੰ ਕੀ ਕਿਹਾ ਕਿ ਗੁੱਡ ਮੈਨਰਸ ਜਿਹੜੀਆਂ ਨੇ ਉਹ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਟ ਨੇ। ਸਪੈਸ਼ਲੀ ਸਮਾਲ ਵਰਡਸ ਲਾਈਕ ਪਲੀਜ਼ ਐਂਡ ਥੈਂਕ ਯੂ ਸਾਡੀ ਡੇਲੀ ਲਾਈਫ ਦੇ ਵਿੱਚ, ਐਵਰੀ ਡੇ ਦੀ ਲਾਈਫ ਦੇ ਵਿੱਚ ਲੜਾਈ ਝਗੜੇ ਨੂੰ ਖ਼ਤਮ ਕਰਨ ਦੇ ਲਈ, ਸੁਭਾਅ ਨੂੰ ਵਿਨਮਰ ਬਣਾਉਣ ਦੇ ਲਈ ਬਹੁਤ ਜ਼ਰੂਰੀ ਹੈ। ਆਈ ਹੋਪ ਕਿ ਤੁਹਾਨੂੰ ਇਹ ਚੈਪਟਰ ਸਮਝ ਆ ਗਿਆ ਹੋਵੇਗਾ। ਇਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਕੁਐਸਚਨ ਆਨਸਰਸ ਦੀ PDF ਭੇਜਣੀ ਹੈ। ਸੋ ਯੂ ਆਲ ਵਿਲ ਡੂ ਕੁਐਸਚਨ ਆਨਸਰਸ or if you face any problem you can contact me or you can WhatsApp। Thank you for watching।